ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਦੇ ਜੀਵਨ ਪ੍ਰਸੰਗ ਦੇ ਵਿੱਚੋਂ ਉਹਨਾਂ ਦੇ ਜੋ ਜੀਵਨ ਦਰਸ਼ਨਾਂ ਦੇ ਅਗਲੇ ਬੜੇ ਅਦਭੁਤ ਇੱਕ ਕੌਤਕ ਹੈਗੇ ਆ, ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਇੱਕ ਵਾਰ ਕੀ ਹੋਇਆ ਕਿ ਮਹਾਂਪੁਰਖਾਂ ਦੇ ਕੋਲ ਹੈ ਨਾ ਇੱਕ ਅਨੰਦਪੁਰ ਸਾਹਿਬ ਤੋਂ ਇੱਕ ਸੱਜਣ ਜਿਹੜੇ ਟਿਕਟ 'ਤੇ ਖੜ੍ਹੇ ਹੋਏ ਸੀ, ਉਹ ਆਏ। ਜਦੋਂ ਉਹ ਆਪਣੇ ਸਾਥੀਆਂ ਦੇ ਨਾਲ ਆਏ ਹਨ ਅਤੇ ਆ ਕੇ ਉਹਨਾਂ ਨੇ ਮਹਾਂਪੁਰਖਾਂ ਦੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਕਿ ਅਸੀਂ ਹੈ ਨਾ ਸੰਤਾਂ ਦੇ ਦਰਸ਼ਨ ਕਰਨੇ ਆ। ਸੋ ਸੇਵਾਦਾਰਾਂ ਨੇ ਜਾ ਕੇ ਬਾਬਾ ਅਜੀਤ ਸਿੰਘ ਹੋਰਾਂ ਨੂੰ ਦੱਸਿਆ ਕਿ ਮਹਾਂਪੁਰਖੋ ਕੋਈ ਜਾਣੀ MP ਆ ਜਿਹੜਾ ਟਿਕਟ 'ਤੇ ਖੜ੍ਹਾ ਹੋਇਆ ਹੈਗਾ, ਉਹ ਆਪਦੇ ਦਰਸ਼ਨ ਕਰਨਾ ਚਾਹੁੰਦਾ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿੰਦੇ ਚਲੋ ਠੀਕ ਹੈ ਭਾਈ, ਭੇਜ ਦਿਓ। ਜਦੋਂ ਸੱਜਣ ਆਏ ਅਤੇ ਮਹਾਂਪੁਰਖ ਨੇ ਪੁੱਛਿਆ, ਹਾਂ ਭਾਈ ਦੱਸੋ ਕੀ ਗੱਲ। ਉਹ ਕਹਿਣ ਲੱਗਾ, ਜੀ ਮੈਂ ਸ੍ਰੀ ਅਨੰਦਪੁਰ ਸਾਹਿਬ ਤੋਂ ਹੈ ਨਾ ਟਿਕਟ 'ਤੇ ਖੜ੍ਹਾ ਹੈਗਾ ਅਤੇ ਮੈਂ ਇਸ ਸੀਟ 'ਤੇ ਜਿੱਤਣ ਦੇ ਵਾਸਤੇ ਹੈ ਨਾ ਆਪ ਪਾਸੋਂ ਅਸੀਸ ਲੈਣ ਆਇਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇਹ 'ਚ ਪੁੱਛਣ ਵਾਲੀ ਕਿਹੜੀ ਗੱਲ ਆ। ਅਨੰਦਪੁਰ ਸਾਹਿਬ ਤਾਂ ਆਪ ਹੀ ਕਹਿੰਦੇ ਉਹ ਫਤਿਹ ਦਾ ਘਰ ਹੈਗਾ ਅਤੇ ਅਨੰਦਪੁਰ ਸਾਹਿਬ ਤੋਂ ਤਾਂ ਫਤਿਹ ਹੀ ਹੁੰਦੀ ਆ ਹਮੇਸ਼ਾ। ਇਸ ਕਰਕੇ ਅਨੰਦਪੁਰ ਸਾਹਿਬ ਦੀ ਜਿਹੜੀ ਸੀਟ ਹੈਗੀ ਆ, ਇਹ ਤੋਂ ਤੁਹਾਡੀ ਬਸ ਫਤਿਹ ਹੋਏਗੀ। ਜਦ ਇੰਨੀ ਗੱਲ ਹੋਈ ਤਾਂ ਬਸ ਫੇਰ ਕੀ ਸੀ, ਉਹ ਸੱਜਣ ਇੰਨੇ ਖੁਸ਼ ਹੋਏ ਹਨ, ਉਹ ਬਾਬਾ ਜੀ ਦੇ ਚਰਨਾਂ ਦੇ ਉੱਤੇ ਹੈ ਨਾ ਯਕਦਮ ਲੰਮੇ ਪੈ ਗਏ। ਅਤੇ ਬਾਬਾ ਜੀ ਕਹਿੰਦੇ ਜਾਓ ਭਾਈ, ਅਨੰਦਪੁਰ ਸਾਹਿਬ ਫਤਿਹ ਦਾ ਰੂਪ ਹੈਗਾ ਅਤੇ ਇੱਥੇ ਤਾਂ ਹਮੇਸ਼ਾ ਸਦਾ ਹੀ ਫਤਿਹ ਰਹਿੰਦੀ ਆ। ਇੰਨੀ ਗੱਲ ਕਹਿਣ ਦੀ ਢੇਰ ਸੀ, ਉਹ ਸੱਜਣ ਬੜੀ ਖੁਸ਼ੀ ਦੇ ਨਾਲ ਹੈ ਨਾ ਚਲੇ ਗਏ। ਜਦ ਬਾਬਾ ਅਜੀਤ ਸਿੰਘ ਹੁਣਾਂ ਤੋਂ ਪਾਸੋਂ ਉਹਨੇ ਨੇ ਇਹ ਅਸੀਸ ਲੈ ਲਈ, ਫਿਰ ਉਹ ਜਿਹੜੇ ਦੂਸਰੀ ਪਾਰਟੀ ਵਾਲਾ ਵਿਰੋਧੀ ਸੱਜਣ ਸੀਗਾ ਜਿਹੜਾ ਇਸ ਸੀਟ 'ਤੇ ਖੜ੍ਹਾ ਸੀਗਾ, ਉਹਨੂੰ ਵੀ ਇਸ ਗੱਲ ਦੀ ਭਿਣਕ ਲੱਗ ਗਈ ਕਿ ਇਹਨੀ ਤਾਂ ਜਾ ਕੇ ਹੈ ਨਾ ਅਤੇ ਬਾਬਾ ਅਜੀਤ ਸਿੰਘ ਦੇ ਪਾਸੋਂ ਅਸੀਸ ਲੈਣ ਦੀ ਆ, ਜਿੱਤਣ ਦੀ। ਇਹ ਅਸੀਸ ਬਾਬਾ ਅਜੀਤ ਸਿੰਘ ਹੁਣਾਂ ਨੂੰ ਦੇ ਦਿੱਤੀ ਆ। ਹੁਣ ਜਿਹੜੇ ਵਿਰੋਧੀ ਸੱਜਣ ਸੀ, ਉਹਨਾਂ ਨੇ ਵੀ ਮਨ ਵਿੱਚ ਜਿਹੜੀ ਸੀ ਆਪਣੇ ਜਿੰਨੀ ਪਾਰਟੀ ਦੇ ਵਰਕਰ ਸੀ ਜਾਂ ਘਰ ਦੇ ਸੀ, ਉਹਨਾਂ ਨੇ ਸਲਾਹ ਕੀਤੀ ਕਿ ਆਪਾਂ ਵੀ ਜਾ ਕੇ ਨਾ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਪਾਸੋਂ ਇਸ ਸੀਟ ਦੇ ਉੱਤੇ ਹੈ ਨਾ ਫਤਿਹ ਦੀ ਅਸੀਸ ਲੈ ਕੇ ਆਈਏ। ਦੇਖੋ ਉਹ ਵੀ ਸੱਜਣ ਆ ਗਏ। ਜਦ ਬਾਬਾ ਜੀ ਦੇ ਪਾਸ ਪਹੁੰਚੇ, ਉਹਨੇ ਆ ਕੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਕਿ ਅਸੀਂ ਬਾਬਾ ਜੀ ਦੇ ਦਰਸ਼ਨ ਕਰਨੇ ਆ। ਅਤੇ ਇੰਨੀ ਗੱਲ ਹੋਈ ਤਾਂ ਫਿਰ ਸੇਵਾਦਾਰ ਬਾਬਾ ਜੀ ਪਾਸ ਪਹੁੰਚੇ, ਕਹਿਣ ਲੱਗੇ ਕੋਈ ਸੱਜਣ ਆਏ ਜਾ, ਉਹ ਆਪ ਜੀ ਦੇ ਜਾਣੀ ਦਰਸ਼ਨ ਕਰਨਾ ਚਾਹੁੰਦੇ ਆ। ਬਾਬਾ ਜੀ ਕਹਿੰਦੇ ਚਲੋ ਠੀਕ ਹੈ ਭਾਈ, ਭੇਜ ਦਿਓ। ਦੇਖੋ ਉਹ ਜਿਹੜੇ ਦੂਸਰੇ ਵਿਰੋਧੀ ਸੱਜਣ ਸੀਗੇ, ਉਹ ਬਾਬਾ ਜੀ ਦੇ ਪਾਸ ਜਦ ਆਏ ਅਤੇ ਬਾਬਾ ਜੀ ਨੂੰ ਆ ਕੇ ਮੱਥਾ ਟੇਕ ਕੇ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਇਹ ਜਿਹੜੇ ਸੱਜਣ ਹੈਗੇ ਆ, ਇਹ ਅਨੰਦਪੁਰ ਸਾਹਿਬ ਜਿਹੜੀ ਹੈ ਨਾ ਸੀਟ ਹੈਗੀ ਆ, ਉਹ ਤੋਂ ਪਾਰਟੀ ਦੇ ਉਮੀਦਵਾਰ ਖੜ੍ਹੇ ਆ। ਅਤੇ ਜਦ ਇੰਨੀ ਗੱਲ ਹੋਈ ਤਾਂ ਤੁਸੀਂ ਕਹਿੰਦੇ ਸਾਨੂੰ ਇਹ ਸੀਸ ਦੇ ਦਿਓ ਕਿ ਅਸੀਂ ਹੈ ਨਾ ਇਸ ਸੀਟ ਤੋਂ ਜਿੱਤ ਜਾਈਏ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਸੁੱਤੇ ਕਹਿਣ ਲੱਗੇ, ਕਹਿੰਦੇ ਭਾਈ ਉਹ ਅਨੰਦਪੁਰ ਸਾਹਿਬ ਤਾਂ ਅਸੀਂ ਤੁਹਾਨੂੰ ਪਹਿਲਾਂ ਕਿਹਾ ਉਹ ਤਾਂ ਫਤਿਹ ਦਾ ਘਰ ਹੈਗਾ, ਉੱਥੇ ਤਾਂ ਹਮੇਸ਼ਾ ਫਤਿਹ ਹੀ ਹੁੰਦੀ ਆ। ਇਸ ਕਰਕੇ ਭਾਈ ਤੁਸੀਂ ਅਨੰਦਪੁਰ ਸਾਹਿਬ ਤੋਂ ਖੜ੍ਹੇ ਆ ਅਤੇ ਤੁਹਾਡੀ ਵੀ ਫਤਿਹ ਹੀ ਆ, ਇਹ 'ਚ ਪੁੱਛਣ ਵਾਲੀ ਕਿਹੜੀ ਗੱਲ ਆ। ਜਦ ਇੰਨੀ ਗੱਲ ਹੋਈ ਤਾਂ ਉਹ ਵੀ ਸੱਜਣ ਬੜੇ ਖੁਸ਼ ਹੋਏ ਅਤੇ ਉਹ ਉਸੇ ਟਾਈਮ ਹੈ ਨਾ ਬਾਬਾ ਜੀ ਦੇ ਥੱਲੇ ਜਿਹੜੇ ਪੈਰਾਂ 'ਚ ਮੱਥਾ ਟੇਕ ਕੇ ਹੈ ਨਾ ਬੜੀ ਖੁਸ਼ੀ ਚੱਲ ਗਏ। ਹੁਣ ਪਰ ਜਿਹੜੇ ਨਾਲ ਦੇ ਸੇਵਾਦਾਰ ਪ੍ਰੇਮੀ ਆ, ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਵਿਚਾਰ ਆ ਗਈ ਕਿ ਭਾਈ ਉਹ ਜਿਹੜੇ ਪਹਿਲੇ ਸੱਜਣ ਪਾਰਟੀ ਵਾਲੇ ਆਏ ਸੀ, ਉਹ ਬਾਬਾ ਜੀ ਦੇ ਕੋਲ ਫਤਿਹ ਦੀ ਸੀਸ ਲੈ ਕੇ ਗਏ। ਇਹ ਜਿਹੜੇ ਅੱਜ ਸੱਜਣ ਆਏ, ਇਹ ਵਿਰੋਧੀ ਸੱਜਣ ਹੈਗੇ ਆ, ਹੈਗੀ ਇੱਕੋ ਹੀ ਸੀਟ, ਦੋਨੇ ਇੱਕ ਦੂਜੇ ਦੇ ਮੁਕਾਬਲੇ 'ਤੇ ਖੜ੍ਹੇ ਆ। ਅਤੇ ਬਾਬਾ ਜੀ ਹੁਣਾਂ ਨੇ ਉਹਨੂੰ ਵੀ ਜਿਹੜੀ ਹੈਗੀ ਉਹ ਸੀਸ ਦੇ ਦਿੱਤੀ ਆ ਵੀ ਭਾਈ ਫਤਿਹ ਹੀ ਫਤਿਹ ਤੇਰੀ, ਅਤੇ ਇਹਨੂੰ ਵੀ ਸੀਸ ਦੇ ਦਿੱਤੀ ਭਾਈ ਤੇਰੀ ਫਤਿਹ ਹੀ ਆ। ਜਦ ਇੰਨੀ ਗੱਲ ਹੋਈ ਅਤੇ ਕਹਿੰਦੇ ਫਿਰ ਸੇਵਾਦਾਰ ਜਿਹੜੇ ਮਨ ਦੇ ਵਿੱਚ ਚੁੱਪ ਕਰ ਗਏ। ਹੁਣ ਸਵਾਲ ਇੱਥੇ ਇਹ ਖੜ੍ਹਾ ਹੋ ਗਿਆ ਕਿ ਸੀਟ ਵੀ ਇੱਕ ਹੈਗੀ ਆ, ਪਾਰਟੀਆਂ ਦੋ ਹੈਗੀਆਂ, ਪਰ ਕਦੀ ਵੀ ਇਤਿਹਾਸ ਦੇ ਵਿੱਚ ਦੁਨੀਆ ਦੇ ਕਾਨੂੰਨ ਦੇ ਵਿੱਚ ਕਦੀ ਇਹ ਨਹੀਂ ਆਇਆ ਕਿ ਇੱਕ ਸੀਟ ਤੋਂ ਦੋ ਜਿਹੜੇ ਉਮੀਦਵਾਰ ਜਿਹੜੇ ਵਿਰੋਧੀ ਹੋਣ ਕਦੀ ਜਿੱਤ ਜਾਣ। ਪਰ ਹੁਣ ਬਾਬਾ ਜੀ ਨੇ ਦੋਨਾਂ ਨੂੰ ਸੀਸ ਦੇ ਦਿੱਤੀ ਆ। ਕਹਿੰਦੇ ਉਹ ਜਿਹੜੇ ਸੇਵਾਦਾਰ ਸੀ, ਕਹਿੰਦੇ ਵੀ ਅਸੀਂ ਹੈ ਨਾ ਇਸ ਗੱਲ ਨੂੰ ਅੰਦਰ ਹੀ ਜਾਣੀ ਕਿ ਚੁੱਪ ਕਰਕੇ ਹੈ ਨਾ ਵੱਟ ਲਿਆ ਵੀ ਇਹ ਜਿਹੜੀ ਗੱਲ ਹੈਗੀ ਅਗਰ ਬਾਹਰ ਨਿਕਲ ਗਈ ਤਾਂ ਮਹਾਂਪੁਰਖਾਂ ਦੀ ਜਿਹੜੀ ਭੋਲੇ ਭਾਲ ਨਿਕਲੀ ਗੱਲ ਹੈਗੀ ਆ, ਇਹ ਜਿਹੜੀ ਹੈ ਇਹ ਕਿਤੇ ਬਾਹਰ ਜਿਹੜਾ ਹਾਸੇ ਦਾ ਮਜ਼ਾਕ ਨਾ ਬਣ ਜਾਵੇ। ਕਿਉਂਕਿ ਦੋਨੇ ਸੱਜਣ ਇੱਕ ਦੂਜੇ ਦੇ ਆਪੋਜਿਟ ਖੜ੍ਹੇ ਹੈਗੇ ਆ ਅਤੇ ਦੋਨਾਂ ਨੂੰ ਬਾਬਾ ਜੀ ਨੇ ਜਿੱਤਣ ਦੀ ਅਸੀਸ ਦੇ ਦਿੱਤੀ ਹੈਗੀ ਆ। ਉਹ ਫਿਰ ਸੇਵਾਦਾਰ ਕਹਿਣ ਲੱਗੇ, ਕਹਿੰਦੇ ਵੀ ਅਸੀਂ ਹੁਣ ਕੀ ਕਰਦੇ,
ਪਰ ਅਸੀਂ ਮਨ 'ਚ ਸਾਰਿਆਂ ਨੇ ਸਲਾਹ ਕੀਤੀ ਇਹ ਜਿਹੜੀ ਗੱਲ ਵਾ ਹੈ ਨਾ ਇੱਥੇ ਹੀ ਦੱਬ ਲਈ ਜਾਵੇ, ਬਾਹਰ ਨਹੀਂ ਨਿਕਲਣੀ ਚਾਹੀਦੀ। ਪਰ ਦੇਖੋ ਉਹ ਦੋਨੇ ਜਿਹੜੇ ਸੱਜਣ ਸ੍ਰੀ ਅਨੰਦਪੁਰ ਸਾਹਿਬ ਤੋਂ ਖੜ੍ਹੇ ਸੀਗੇ, ਉਹ ਦੋਨਾਂ ਪਾਰਟੀਆਂ ਨੇ ਜਿਹੜਾ ਆਪੋ ਆਪਣੇ ਜਿੱਤਣ ਵਾਸਤੇ ਇਲਾਕੇ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ। ਉਹਨਾਂ ਦੇ ਪ੍ਰਚਾਰ ਵਾਸਤੇ ਜਿਹੜੇ ਇਸ਼ਤਿਹਾਰ ਵੀ ਲੱਗੇ, ਬੋਰਡ ਵੀ ਲੱਗ ਗਏ, ਬੜਾ ਕੁਛ ਹੋ ਗਿਆ। ਜਦ ਇੰਨੀ ਗੱਲ ਹੋਈ, ਉਹ ਜਿਹੜੀਆਂ ਚੋਣਾਂ ਦੇ ਦਿਨ ਉਹ ਲਾਗੇ ਆ ਗਏ। ਜਦ ਲਾਗੇ ਆ ਗਏ ਤਾਂ ਕਹਿੰਦੇ ਸਾਡੇ ਮਨ ਦੇ ਵਿੱਚ ਇੱਧਰੋਂ ਹੋ ਗਿਆ ਕਿ ਬਾਬਾ ਜੀ ਨੇ ਦੋਨਾਂ ਨੂੰ ਸੀਸ ਦਿੱਤੀ, ਦੋਨੇ ਇੱਕ ਦੂਜੇ ਦੇ ਵਿਰੁੱਧ ਵਾ, ਹੁਣ ਚੋਣਾਂ ਦਾ ਦਿਨ ਲੱਗ ਗਿਆ, ਹੁਣ ਕੀ ਹੋਊਗਾ। ਖੈਰ ਕਹਿੰਦੇ ਐਨ ਚੋਣਾਂ ਦੇ ਦਿਨ ਤੋਂ ਪਹਿਲਾਂ ਕੁਦਰਤ ਨੇ ਕੋਈ ਐਸੀ ਖੇਡ ਖੇਡੀ ਕਿ ਇੱਕ ਜਿਹੜੇ ਸੱਜਣ ਉੱਥੇ ਸ੍ਰੀ ਅਨੰਦਪੁਰ ਸਾਹਿਬ ਤੋਂ ਖੜ੍ਹੇ ਸੀ ਉਹ ਤਾਂ ਖੜ੍ਹੇ ਰਹੇ, ਜਿਹੜੇ ਦੂਸਰੇ ਆਪੋਜਿਟ ਵਾਲੇ ਸੱਜਣ ਸੀਗੇ ਅਚਨਚੇਤ ਕਹਿੰਦੇ ਉਹਨਾਂ ਦੇ ਹਾਈ ਕਮਾਨ ਨੇ ਪਤਾ ਨਹੀਂ ਇਹ ਫੈਸਲਾ ਲੈ ਲਿਆ ਕਿ ਇਹ ਸੱਜਣ ਜਿਹੜੇ ਹੈਗੇ ਆ ਇਹ ਅਨੰਦਪੁਰ ਸਾਹਿਬ ਤੋਂ ਨਹੀਂ ਖੜਨਗੇ, ਇਹਨਾਂ ਦੀ ਸੀਟ ਜਿਹੜੀ ਬਦਲ ਕੇ ਨਾ ਲੁਧਿਆਣੇ ਕਰ ਦਿੱਤੀ ਆ। ਦੇਖੋ ਜਦ ਉਹਨਾਂ ਦੀ ਸੀਟ ਲੁਧਿਆਣੇ ਕੀਤੀ, ਉਸ ਤੋਂ ਬਾਅਦ ਦੇਖੋ ਫਿਰ ਇਲੈਕਸ਼ਨ ਹੋ ਗਈ। ਜਦ ਇਲੈਕਸ਼ਨ ਹੋਈ ਅਤੇ ਧੰਨ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜੇ ਸੱਜਣ ਖੜ੍ਹੇ ਸੀ ਉਹਨਾਂ ਦੀ ਫਤਿਹ ਹੋ ਗਈ। ਪਰ ਜਿਹੜੇ ਵਿਰੋਧੀ ਸੱਜਣ ਸੀਗੇ ਜਿਨ੍ਹਾਂ ਦਾ ਅਚਨਚੇਤ ਜਿਹੜਾ ਟਰਾਂਸਫਰ ਸੀਗਾ ਅਨੰਦਪੁਰ ਸੀਟ ਤੋਂ ਬਦਲ ਕੇ ਜਿਹੜਾ ਸੀਗਾ ਉਹ ਲੁਧਿਆਣੇ ਕਰ ਦਿੱਤਾ ਗਿਆ, ਉਹ ਵੀ ਜਿੱਤ ਗਏ ਅਤੇ ਇਹ ਵੀ ਜਿੱਤ ਗਏ। ਦੋਨੇ ਸੱਜਣ ਜਿਹੜੇ ਸੀ ਉਹ ਮਹਾਂਪੁਰਖਾਂ ਦੀ ਜਿਹੜੀ ਨੇ ਅਸੀਸ ਦੇ ਨਾਲ ਜਿੱਤ ਗਏ। ਸੋ ਕਹਿਣ ਤੋਂ ਭਾਵ ਇਹ ਆ ਕਿ ਬ੍ਰਹਮ ਗਿਆਨੀਆਂ ਦੇ ਜਿਹੜੇ ਬਚਨ ਹੁੰਦੇ ਆ ਨਾ ਉਹ ਐਸੇ ਦੁਰਲੱਭ ਹੁੰਦੇ ਆ ਜਿਨ੍ਹਾਂ ਨੂੰ ਦੁਨੀਆ ਦੀ ਕੋਈ ਵੀ ਤਾਕਤ ਕਦੀ ਮੋੜ ਨਹੀਂ ਸਕਦੀ। ਐਸੇ ਸੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਰਗੇ ਮਹਾਂਪੁਰਖ, ਜਿਨ੍ਹਾਂ ਨੇ ਦੇਖੋ ਦੋਨਾਂ ਨੂੰ ਜਿਹੜੇ ਨਾ ਉਹ ਫਤਿਹ ਦੀ ਸੀਸ ਦਿੱਤੀ ਅਤੇ ਕਾਰਨ ਕੀ ਬਣਿਆ ਅੱਜ ਉਹ ਦੋਨੇ ਸੱਜਣ ਜਿਹੜੇ ਹੈਗੇ ਆ ਉਹ ਅਜੇ ਵੀ ਹੈਗੇ ਆ। ਇੱਕ ਜਿਹੜੇ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਫਤਿਹ ਹੋਏ ਅਤੇ ਦੂਸਰਿਆਂ ਦੀ ਫਤਿਹ ਜਿਹੜੀ ਆ ਲੁਧਿਆਣੇ ਤੋਂ ਹੋਈ ਆ। ਸੋ ਇਸ ਤਰ੍ਹਾਂ ਦਾ ਹੈ ਨਾ ਇੱਕ ਹੋਰ ਦਾਸ ਜਿਹੜਾ ਹੈਗਾ ਉਹ ਇੱਕ ਵਾਕਿਆ ਹੈਗਾ ਇੱਕ ਬੀਬੀ ਦਾ ਜਿਹੜਾ ਉਹ ਵੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਇਹ ਇੱਕ ਨਾ ਸਰਦਾਰਾਂ ਦੀ ਫੈਮਿਲੀ ਆ, ਉਹ ਬਾਬਾ ਜੀ ਦੇ ਦਰਸ਼ਨ ਕਰਨ ਜਿਹੜੀ ਸੀ ਉਹ ਆਮ ਆਉਂਦੀ ਸੀ। ਉਹਨਾਂ ਦੇ ਘਰ ਇੱਕ ਹੈ ਨਾ ਕੰਮ ਕਰਨ ਵਾਲੀ ਬੀਬੀ ਹੁੰਦੀ ਸੀ, ਉਹ ਜਿਹੜਾ ਉਹ ਸਰਦਾਰਾਂ ਦੇ ਘਰ ਦਾ ਕੰਮ ਕਰਦੀ ਸੀ। ਖੈਰ ਜਦੋਂ ਉਹ ਸਰਦਾਰਾਂ ਦੀ ਜਿਹੜੀ ਸੀ ਸਾਰਾ ਪਰਿਵਾਰ ਬਾਬਾ ਜੀ ਦੇ ਨਾਲ ਆਉਣ ਲੱਗਾ, ਹੁਣ ਉਹ ਵੀ ਬੀਬੀ ਜਿਹੜੀ ਹੈ ਨਾ ਬਾਬਾ ਉਹ ਉਸ ਫੈਮਿਲੀ ਦੇ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਦ ਹੰਸਾਲੀ ਪਹੁੰਚੀ, ਇੱਥੇ ਦੇਖਿਆ ਵੀ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਬਾਬਾ ਜੀ ਦੇ ਜਾਣੀ ਸੇਵਾ ਕਰਦੀਆਂ ਸਾਰੀਆਂ, ਉਹਦੇ ਮਨ 'ਚ ਵਿਚਾਰ ਹੋਇਆ ਕਿ ਮੈਂ ਵੀ ਸੇਵਾ ਕਰਾਂ। ਉਹਨੇ ਵੀ ਦੇਖੋ ਬਰਤਨਾਂ ਦੀ ਸੇਵਾ, ਝਾੜੂ ਦੀ ਸੇਵਾ ਜਾਂ ਜੋ ਵੀ ਸੇਵਾ ਮਿਲਦੀ ਹੈ ਨਾ ਉੱਥੇ ਕਰਨੀ। ਜਦੋਂ ਵੀ ਉਹ ਸਰਦਾਰ ਜਿਹੜਾ ਪਰਿਵਾਰ ਸੀਗਾ ਜਦ ਉਹਨਾਂ ਨੇ ਆਉਣਾ, ਉਹ ਬੀਬੀ ਨੇ ਵੀ ਨਾਲ ਆ ਜਾਣਾ ਅਤੇ ਆਪ ਉਹਨੇ ਹੈ ਨਾ ਵੱਧ ਚੜ੍ਹ ਕੇ ਸੇਵਾ ਕਰਨੀ। ਇੱਕ ਦਿਨ ਐਸਾ ਮੌਕਾ ਬਣਿਆ ਕਿ ਉਹ ਜਿਹੜੀਆਂ ਬੀਬੀਆਂ ਸਰਦਾਰਨੀਆਂ ਸੀਗੀਆਂ ਉਹ ਬਾਬਾ ਜੀ ਦੇ ਪਾਸ ਹੈ ਨਾ ਬੈਠੀਆਂ ਸੀ, ਕੁਛ ਗੱਲਬਾਤ ਚੱਲਦੀ ਸੀ। ਸੋ ਹੁਣ ਇਹ ਬੀਬੀ ਨਾਲ ਬੈਠੀ ਸੀ। ਜਦੋਂ ਉਹ ਆਪਣੀ ਗੱਲਬਾਤ ਕਰਕੇ ਹਟੀਆਂ ਅਤੇ ਇਸ ਬੀਬੀ ਨੇ ਵੀ ਅੱਗੇ ਨਾ ਸੰਤਾਂ ਦੇ ਅੱਗੇ ਜਿਹੜੀ ਸਹਿ ਸੁਭਾਅ ਬੇਨਤੀ ਕੀਤੀ। ਬਾਬਾ ਜੀ ਨੂੰ ਕਹਿੰਦੀ ਬਾਬਾ ਜੀ ਇੱਕ ਬੇਨਤੀ ਮੈਂ ਵੀ ਕਰਨੀ ਆ। ਬਾਬਾ ਜੀ ਕਹਿੰਦੇ ਹਾਂ ਦੱਸੋ ਕੀ ਕਹਿਣਾ। ਹੁਣ ਬੀਬੀ ਸੇਵਾ ਬੜੀ ਕਰਦੀ ਸੀ ਅਤੇ ਉਹਦੀ ਸੇਵਾ ਤੋਂ ਬਾਬਾ ਜੀ ਨੂੰ ਪੁੱਛਿਆ ਵੀ ਦੱਸ ਤੈਂ ਕੀ ਕਹਿਣਾ। ਉਹ ਕਹਿੰਦੀ ਬਾਬਾ ਜੀ ਵੀ ਘਰ 'ਚ ਗਰੀਬੀ ਵੀ ਬੜੀ ਆ, ਪੈਸਾ ਕੋਈ ਜੋੜਦਾ ਨਹੀਂ ਗਾ, ਹਾਲਤ ਬੜੀ ਖਰਾਬ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਨੂੰ ਕਹਿੰਦੀ ਬਾਬਾ ਜੀ ਤੁਸੀਂ ਕੋਈ ਕਿਰਪਾ ਕਰੋ ਵੀ ਇਹ ਜਿਹੜੀ ਹੈ ਨਾ ਗਰੀਬੀ ਹੈ ਇਹ ਦੂਰ ਹੋ ਜਾਵੇ। ਕਹਿਣ ਦਾ ਤਾਂ ਭਾਵ ਇੰਨਾ ਸੀ। ਬਾਬਾ ਜੀ ਦੇ ਕੋਲ ਜਿਹੜੇ ਸੇਵਾਦਾਰ ਖੜ੍ਹੇ ਸੀ, ਬਾਬਾ ਜੀ ਨੂੰ ਕਹਿਣ ਲੱਗੇ ਅੱਛਾ। ਉਹ ਸੇਵਾਦਾਰ ਨੂੰ ਕਹਿੰਦੇ ਜਾ ਉਹ ਸਾਹਮਣੇ ਇੱਕ ਹੈ ਨਾ ਛੋਟਾ ਜਿਹਾ ਕਤੂਰਾ ਸੀਗਾ। ਬਾਬਾ ਜੀ ਕਹਿੰਦੇ ਲੈ ਉਹ ਜਿਹੜਾ ਕਤੂਰਾ ਹੈ ਨਾ ਕਿਹਨੂੰ ਚੱਕ ਕੇ ਲੈ ਗਿਆ। ਲਓ ਜੀ ਉਹ ਸੇਵਾਦਾਰ ਫੜ ਕੇ ਕਤੂਰਾ ਲੈ। ਬਾਬਾ ਜੀ ਕਹਿਣ ਲੱਗੇ ਇੱਦਾਂ ਕਰ ਇਹ ਕਤੂਰਾ ਇਸ ਬੀਬੀ ਨੂੰ ਦੇ ਦੇ। ਲਓ ਜੀ ਉਹ ਸੇਵਾਦਾਰ ਨੇ ਹੈ ਨਾ ਕਤੂਰਾ ਜਿਹੜਾ ਸੀ ਉਹ ਬੀਬੀ ਨੂੰ ਦੇ ਦਿੱਤਾ। ਅਤੇ ਜਦੋਂ ਬੀਬੀ ਨੇ ਕਤੂਰਾ ਫੜ ਲਿਆ ਉਹ ਸਾਰੇ ਹੈਰਾਨ ਵੀ ਬੀਬੀ ਨੇ ਕਤੂਰਾ ਕੀ ਕਰਨਾ। ਪਰ ਬਾਬਾ ਜੀ ਕਹਿਣ ਲੱਗੇ ਕਹਿੰਦੇ ਦੇਖ ਬਾਈ ਇਸ ਕਤੂਰੇ ਨੂੰ ਘਰ ਜਾ ਕੇ ਪਾੜ ਲਓ, ਵਾਹਿਗੁਰੂ ਭਲੀ ਕਰੂਗਾ। ਦੇਖੋ ਕਿੱਧਰ ਦਾ ਕਿੱਧਰ ਇਸ਼ਾਰਾ ਬਾਬਾ ਜੀ ਦਾ। ਲੈ ਉਹ ਬੀਬੀ ਜਿਹਦੇ ਮਨ 'ਤੇ ਇੰਨੀ ਸ਼ਰਧਾ ਸੀਗੀ ਉਹਨੇ ਉਹੀ ਕਤੂਰਾ ਨਾ ਫੜ ਕੇ 7 ਵਜੇ ਨੇ ਕਿਹਾ ਬਾਬਾ ਜੀ ਨੂੰ ਮੱਥਾ ਟੇਕਿਆ, ਕਤੂਰਾ ਘਰ ਲਈ। ਜਦ ਕਤੂਰਾ ਘਰ ਲਈ ਉਹਨੂੰ ਜਿਹੜਾ ਸੀ ਘਰ ਆ ਕੇ ਜਿਹੜਾ ਸੀ ਉਹ ਰੱਖ ਲਿਆ, ਪਾਲਣਾ ਸ਼ੁਰੂ ਕਰ ਦਿੱਤਾ। ਉਹ ਕਤੂਰਾ ਕਾਹਦਾ ਸੀ ਜਿਵੇਂ ਉਹ ਕਹਿ ਲਓ ਵੀ ਉਹ ਤਾਂ ਇੱਕ ਜਾਣੀ ਕਿ ਉਹ ਘਰ ਦੇ ਵਿੱਚੋਂ 9 ਨਿੱਧੀ ਅਤੇ 18 ਸਿੱਧੀਆਂ ਦਾ ਇੱਕ ਰੂਪ ਸੀਗਾ। ਬਸ ਉਹ ਤੋਂ ਬਾਅਦ ਬੀਬੀ ਦੇ ਦਿਨ ਬੋਲਣੇ ਸ਼ੁਰੂ ਹੋ ਗਏ। ਜਦ ਹੋਏ ਉਹਦੇ ਲੜਕੇ ਦਾ ਕੰਮ ਜਿਹੜਾ ਸੀਗਾ ਉਹ ਕਿਸੇ ਬਾਹਰਲੇ ਮੁਲਕ ਦਾ ਬਣ ਗਿਆ।
ਜਦ ਬਾਹਰਲੇ ਮੁਲਕ ਦਾ ਬਣਿਆ, ਉੱਥੋਂ ਫਿਰ ਜਿਹੜੀ ਉਹ ਬੀਬੀ ਸੀ ਉਹ ਦੇਖੋ, ਉਹ ਜਿਹੜੀ ਗਰੀਬੀ 'ਚ ਹਾਲਤ ਸੀਗੇ, ਹੁਣ ਉੱਥੋਂ ਜਿਹੜੇ ਸੀਗੇ ਉਹਦਾ ਜਿਹੜਾ ਲੜਕਾ ਸੀਗਾ ਉਹ ਉੱਥੋਂ ਪੈਸੇ ਜਿਹੜੇ ਸੀ ਉਹ ਭੇਜਣੇ ਸ਼ੁਰੂ ਕਰ ਦਿੱਤੇ। ਅਖੀਰ ਦੇਖੋ ਉਸੇ ਹੀ ਬਾਹਰਲੇ ਮੁਲਕ ਤੋਂ ਉਹਨੇ ਜਿਹੜਾ ਸੀਗਾ ਉਹ ਟਰਾਲੇ ਦਾ ਲਾਇਸੈਂਸ ਬਣਾਇਆ, ਫਿਰ ਉਹ ਡਰਾਈਵਰ ਬਣ ਕੇ ਟਰਾਲਾ ਚਲਾਉਣ ਲੱਗ ਪਿਆ। ਮਾਇਆ ਜਿਹੜੀ ਸੀ ਦਿਨੋਂ ਦਿਨ ਵਧਣ ਲੱਗੀ, ਘਰ 'ਚ ਖੁਸ਼ੀਆਂ ਆਉਣ ਲੱਗ ਪਈਆਂ। ਅਖੀਰ ਫਿਰ ਉਸੇ ਨਾ ਬੀਬੀ ਜਿਹੜਾ ਪੋਤਾ ਸੀਗਾ, ਦੇਖੋ ਐਸੀ ਜਿਹੜੀ ਰਹਿਮਤ ਹੋਈ ਘਰ 'ਚ, ਉਹ ਕੈਨੇਡਾ ਚਲੇ ਗਿਆ। ਸੋ ਕਹਿਣ ਤੋਂ ਭਾਵ ਇਹ ਆ ਕਿ ਉੱਥੇ ਹੈ ਨਾ ਫਿਰ 9 ਨਦੀਆਂ 18 ਸਿੱਧੀਆਂ ਘਰ 'ਚ ਪ੍ਰਵੇਸ਼ ਕਰ ਗਈਆਂ। ਅੱਜ ਉਹ ਬੀਬੀ ਜਿਹੜੀ ਹੈ ਉਹਦੀ ਹਾਲਤ ਜਿਹੜੀ ਕਿਸੇ ਟਾਈਮ ਇੰਨੀ ਅਤਿ ਗਰੀਬੀ ਸੀਗੀ ਕਿ ਅੱਜ ਉਹ ਬੀਬੀ ਜਿਹੜੀ ਆ ਜਦੋਂ ਵੀ ਹੰਸਾਲੀ ਆਉਂਦੀ ਹੈ ਬਾਬਾ ਜੀ ਦੇ ਦਰਬਾਰ ਦੇ ਵਿੱਚ, ਦੇਖੋ ਆਪਣੀ ਉਹਦੀ ਕਾਰ ਗੱਡੀ ਸਾਰਾ ਕੁਛ ਵਾ ਉਹਦੇ ਵਿੱਚ ਆਉਂਦੀ, ਉਹਦੇ ਵਿੱਚ ਜਾਂਦੀ। ਕਿਸੇ ਟਾਈਮ ਦੇਖੋ ਉਹ ਜਿਹੜੀ ਬੀਬੀ ਸੀਗੀ ਉਹ ਗਰੀਬੀ ਦੀ ਹਾਲਤ ਦੇ ਵਿੱਚ ਇੰਨੀ ਪਤਲੀ ਸੀਗੀ ਹੈ ਨਾ ਕਿ ਉਹਨੂੰ ਕੋਈ ਪੁੱਛਦਾ ਨਹੀਂ ਸੀ। ਜਿਹਨੂੰ ਬਾਣੀ ਨੇ ਕਹਿਤਾ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਕੀਰੇ ਹਮ ਥਾਪੇ। ਸੋ ਐਸੇ ਸੀਗੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ, ਜੇ 'ਤੇ ਵੀ ਨਜ਼ਰ ਕਰ ਦਿੰਦੇ ਸੀ ਹੈ ਨਾ। ਜਿਵੇਂ ਕਹਿ ਲਓ ਕਿ ਉਹਦੀਆਂ 9 ਨਿਧਾਂ ਅਤੇ 12 ਸਿੱਧੀਆਂ ਜਿਹੜੀਆਂ ਸੀ ਉਹ ਸ਼ੁਰੂ ਹੋ ਜਾਂਦੀਆਂ ਸੀਗੀਆਂ। ਭਾਵ ਕੀ ਆ, ਉਹਨਾਂ ਦੀ ਨਜ਼ਰ ਦੇ ਵਿੱਚ ਇੰਨੀ ਸ਼ਕਤੀ ਸੀਗੀ ਕਿ ਮਿੱਟੀ ਦਾ ਵੀ ਜਿਹੜਾ ਹੈ ਨਾ ਸੋਨਾ ਬਣ ਜਾਂਦਾ ਸੀਗਾ। ਸੋ ਦਾਸ ਉਹਨਾਂ ਦੇ ਜੀਵਨ ਦੇ 2 ਪ੍ਰਸੰਗਾਂ ਦੀ ਜਿਹੜੀ ਵਿਚਾਰ ਹੈਗੀ ਆ, ਉਹਨਾਂ ਨੂੰ ਸੰਕੋਚਦਾ ਹੋਇਆ ਆਪ ਸਾਰੀਆਂ ਸੰਗਤਾਂ ਤੋਂ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।